जय हिंद साथियों ਆਪਾਂ ਜੋਗਰਾਫੀ ਦੀ ਇੱਕ ਸੀਰੀਜ਼ ਕਰ ਰਹੇ ਹਾਂ। ਸੀਰੀਜ਼ ਦੇ ਵਿੱਚ ਅਸੀਂ ਫੋਕਸ ਕਰ ਰਹੇ ਹਾਂ ਕੁਐਸਚਨਾਂ 'ਤੇ ਕਿ ਪਹਿਲਾਂ ਆਪਾਂ ਭਾਰਤ ਬਾਰੇ ਪੜ੍ਹਿਆ, ਬਾਅਦ ਦੇ ਵਿੱਚ ਆਪਾਂ ਨਦੀਆਂ ਬਾਰੇ ਟੌਪਿਕ ਕੀਤਾ ਸੀ। ਨਦੀਆਂ 'ਚੋਂ ਮੈਂ 2 ਵੀਡੀਓਜ਼ ਪਾਈਆਂ ਸੀਗੀਆਂ, ਇੱਕ ਉੱਤਰ ਭਾਰਤ ਦੀਆਂ ਨਦੀਆਂ ਜਿਹਦੇ ਵਿੱਚ ਆਪਾਂ ਗੰਗਾ ਨਦੀ, ਬ੍ਰਹਮਪੁੱਤਰਾ ਨਦੀ ਅਤੇ ਤੀਜੇ ਨੰਬਰ 'ਤੇ ਸਿੰਧ ਨਦੀ ਬਾਰੇ ਪੜ੍ਹਿਆ ਸੀ। आओ साथियों अज आप अपनी गल नूं अगे बढ़ाने अज आप दक्षिण भारत दीयां नदियां नूं पढ़ना स्टार्ट करते हैं। मैं तुहानूं पहले दस्सिया सी जो आप दक्षिण भारत दी नदियां दी गल करते हैं, ये वो नदियां ने दक्षिण भारत च पहाड़ पाए जाते हैं जिवें कि पूर्वी घाट ते पश्चिमी घाट, उन्हां दे मींह पैंदा ते जदों मींह पैंदा इस तो बाद उत्थों नदियां निकलदियां, भाव जदों मींह पऊगा उदों ही नदियां बनणगीਆਂ, भाव इन्हां नदियां विच सारा साल पानी नहीं रहिंदा। ਅਸੀਂ ਦੇਖਦੇ ਹਾਂ ਤਾਂ ਕਰਕੇ ਦੱਖਣ ਭਾਰਤ ਦੇ ਵਿੱਚ ਥੋੜ੍ਹੀ ਪਾਣੀ ਦੀ ਪ੍ਰੋਬਲਮ ਰਹਿੰਦੀ ਆ। ਗਰਮੀਆਂ ਆਉਣਗੀਆਂ ਹੁਣ ਜੂਨ ਜੁਲਾਈ ਦੇ ਮਹੀਨੇ, ਤਾਂ ਤੁਸੀਂ ਦੇਖੋਗੇ ਕਿ ਤੁਸੀਂ ਖਬਰਾਂ ਸੁਣੋਗੇ ਕਿ ਮਹਾਰਾਸ਼ਟਰਾ ਦੇ ਵਿੱਚ ਜਾਂ ਫਿਰ ਤੁਸੀਂ ਸੁਣੋਗੇ ਗੱਲਾਂ ਬਾਤਾਂ ਕਿ ਤੇਲੰਗਾਨਾ ਦੇ ਕਾਫੀ ਇਲਾਕੇ ਦੇ ਵਿੱਚ ਅਸੀਂ ਇੱਥੋਂ ਗੱਡੀਆਂ ਭਰ ਕੇ, ਟ੍ਰੇਨਾਂ ਭਰ ਕੇ ਪਾਣੀ ਉੱਥੇ ਪਹੁੰਚਦਾ ਕਰਾਂਗੇ। ਤਾਂ ਇਹੋ ਜਿਹੀਆਂ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਦੱਖਣ ਭਾਰਤ ਦੇ ਲੋਕਾਂ ਨੂੰ, ਕਾਰਨ ਕਿ ਸਾਰਾ ਸਾਲ ਨਦੀਆਂ ਨਹੀਂ ਬਚਦੀਆਂ। ਤਾਂ ਸਾਥੀਓ मैं ਤੁਹਾਨੂੰ ਇਹ ਸਮਝਾਉਣਾ ਚਾਹੁੰਦਾ ਵੀ ਪਾਣੀ ਦੀ ਥੋੜ੍ਹੀ ਬਚਤ ਕਰਿਆ ਕਰੋ, ਕਿਉਂਕਿ ਜਿਹੜੇ ਇਲਾਕੇ 'ਚ ਆਪਾਂ ਬੈਠੇ ਹਾਂ ਇੱਥੇ ਪਾਣੀ ਦੀ ਕਮੀ ਨਹੀਂ ਹੈਗੀ। ਤਾਂ ਸਾਰਾ ਸਾਲ ਨਦੀਆਂ ਵਗਦੀਆਂ ਨੇ, ਪਾਣੀ ਨੂੰ ਬਚਾਉਣਾ ਆਪਣਾ ਫਰਜ਼ ਹੈ। ਪਾਣੀ ਆਪਾਂ ਬਣਾ ਤਾਂ ਨਹੀਂ ਸਕਦੇ ਪਰ ਬਚਾ ਤਾਂ ਸਕਦੇ ਹਾਂ ਨਾ। ਤਾਂ ਕਿਰਪਾ ਕਰਕੇ ਮੇਰੀ ਗੱਲ 'ਤੇ ਧਿਆਨ ਕਰਿਓ, ਜਿੰਨਾ ਹੋ ਸਕਦਾ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰ। ਚਲੋ ਸਾਥੀਓ, ਅਸੀਂ ਦੇਖਦੇ ਹਾਂ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਨਦੀਆਂ ਦੀ, ਅਸੀਂ ਦੇਖਦੇ ਹਾਂ ਕਿ 2 ਤਰ੍ਹਾਂ ਦੀਆਂ ਨਦੀਆਂ ਦੱਖਣ ਭਾਰਤ 'ਚ ਪਾਈਆਂ ਜਾਂਦੀਆਂ ਨੇ। ਇੱਕ ਉਹ ਨਦੀਆਂ ਜਿਹੜਾ ਆਪਣਾ ਪਾਣੀ ਕਿਹਨੂੰ ਦੇਖੋ, ਮੰਨ ਲਓ ਆਹ ਦੈਟ ਇਜ਼ ਕੀ ਆ ਗਿਆ ਆਪਣੇ ਕੋਲੇ ਭਾਰਤ, ਦੱਖਣ ਭਾਰਤ ਆ ਗਿਆ। ਅੱਧੀਆਂ ਨਦੀਆਂ ਤਾਂ ਇੱਧਰ ਨੂੰ ਡਿੱਗਣਗੀਆਂ, ਜਿਹੜੀਆਂ ਨਦੀਆਂ ਇੱਧਰਲੇ ਪਾਸੇ ਡਿੱਗਣਗੀਆਂ ਉਹ ਕਿਹੜੀਆਂ ਹੋਣਗੀਆਂ? ਅਰਬ ਸਾਗਰ ਦੀਆਂ ਨਦੀਆਂ। ਜਿਹੜੀਆਂ ਨਦੀਆਂ ਇੱਧਰਲੇ ਪਾਸੇ ਡਿੱਗਣਗੀਆਂ ਉਹ ਕਿਹੜੀਆਂ ਹੋਣਗੀਆਂ? ਬੰਗਾਲ ਦੀ ਖਾੜੀ ਦੀਆਂ ਨਦੀਆਂ। ਅਸੀਂ ਕਹਾਂਗੇ ਧਿਆਨ ਰੱਖਣਾ ਕਿ ਜਿਹੜੀਆਂ ਦੱਖਣ ਭਾਰਤ ਦੀਆਂ ਨਦੀਆਂ ਨੇ ਉਹ ਘੱਟ ਡਿੱਗਦੀਆਂ ਨੇ ਕਈ 'ਚ ਅਰਬ ਸਾਗਰ 'ਚ, ਜ਼ਿਆਦਾਤਰ ਉਹ ਖਿੱਚ ਡਿੱਗਦੀਆਂ ਨੇ ਬੰਗਾਲ ਦੀ ਖਾੜੀ ਵਿੱਚ ਹੀ ਆਪਣਾ ਪਾਣੀ ਦਿੰਦੀਆਂ ਨੇ। ਅਤੇ ਛੋਟੀਆਂ ਨਦੀਆਂ ਜਿਹੜੀਆਂ ਹੈਗੀਆਂ ਉਹ ਅਰਬ ਸਾਗਰ ਡਿੱਗਦੀਆਂ ਨੇ, ਵੱਡੀਆਂ ਨਦੀਆਂ ਜਿਹੜੀਆਂ ਹੋਣਗੀਆਂ ਉਹ ਬੰਗਾਲ ਦੀ ਖਾੜੀ ਜਾ ਕੇ ਡਿੱਗਣਗੀਆਂ। ਸਭ ਤੋਂ ਪਹਿਲਾਂ ਜਿਹੜੀ ਆਪਾਂ ਨਦੀ ਗੱਲ ਕਰ ਰਹੇ ਹਾਂ ਉਹ ਗੱਲ ਕਰਦੇ ਹਾਂ ਮਹਾਨਦੀ। ਸਾਥੀਓ, ਮਹਾਨਦੀ ਬਹੁਤ ਹੀ ਫੇਮਸ ਨਦੀ ਹੈ। ਅਸੀਂ ਦੇਖਦੇ ਹਾਂ ਟੋਟਲ 858 ਕਿਲੋਮੀਟਰ ਲੰਬੀ ਇਹ ਨਦੀ ਆ। ਛੱਤੀਸਗੜ੍ਹ ਦੇ ਵਿੱਚ ਤੁਹਾਨੂੰ ਪਤਾ ਰਾਏਪੁਰ, ਛੱਤੀਸਗੜ੍ਹ ਦੀ ਰਾਜਧਾਨੀ ਵੀ ਰਾਏਪੁਰ ਆ। ਰਾਏਪੁਰ ਦੇ ਕੋਲੇ ਪਹਾੜੀਆਂ ਨੇ, ਉਹ ਰਾਏਪੁਰ ਦੀਆਂ ਪਹਾੜੀਆਂ ਦੇ ਵਿੱਚੋਂ ਮਹਾਨਦੀ ਨਿਕਲਦੀ ਆ। ਅਤੇ ਮਹਾਨਦੀ ਛੱਤੀਸਗੜ੍ਹ ਦੇ ਨਾਲ ਹੀ ਆ ਗਿਆ ਸਟੇਟ ਉੜੀਸਾ। ਛੱਤੀਸਗੜ੍ਹ ਤੋਂ ਉੜੀਸਾ ਜਾਂਦੀ ਆ ਅਤੇ ਉੜੀਸਾ ਤੋਂ ਬੰਗਾਲ ਦੀ ਖਾੜੀ ਵਿੱਚ ਜਾ ਡਿੱਗਦੀ ਆ। ਉੜੀਸਾ ਦੇ ਲੋਕਾਂ ਲਈ ਇਹ ਬਹੁਤ ਫੇਮਸ ਨਦੀ ਆ, ਲਾਈਫ ਲਾਈਨ ਆਫ ਉੜੀਸਾ ਕਿਹਾ ਜਾਂਦਾ। ਭਾਰਤ ਦਾ ਸਭ ਤੋਂ ਲੰਬਾ ਬੰਨ੍ਹ ਕਿਹੜਾ ਗਾ? ਸਭ ਤੋਂ ਲੰਬਾ ਬੰਨ੍ਹ ਹੀਰਾਕੁੰਡ ਬੰਨ੍ਹ ਮਹਾਨਦੀ 'ਤੇ ਬਣਿਆ ਹੋਇਆ। ਮਹਾਨਦੀ ਦੀਆਂ ਕਾਫੀ ਸਹਾਇਕ ਨਦੀਆਂ ਵੀ ਨੇ, ਨਾਮ ਮਾੜੇ ਧਿਆਨ ਰੱਖਣੇ। ਇਹਨਾਂ ਦੀਆਂ ਮੁੱਖ ਨਦੀਆਂ ਜਿਹੜੀਆਂ ਸਹਾਇਕ ਨੇ ਹੈਗੀਆਂ ਈਬ, ਹਸਦੋ, ਸ਼ਿਓਨਾਥ, ਪੇਨ, ਓਂਗ ਅਤੇ ਤੇਲ। ਫਿਰ ਬੋਲਦਾ ਈਬ, ਹਸਦੋ, ਸ਼ਿਓਨਾਥ, ਪੇਨ, ਓਂਗ ਅਤੇ ਤੇਲ। ਇਹ ਕੀ ਨੇ? ਮਹਾਨਦੀ ਦੀਆਂ ਸਾਥੀਓ ਸਹਾਇਕ ਨਦੀਆਂ। ਦੂਜੀ ਨਦੀ ਵੱਲ ਵਗਦੇ ਹਾਂ। ਦੂਜੀ ਨਦੀ ਜਿਹੜੀ ਹੈਗੀ ਉਹ ਹੈਗੀ ਗੋਦਾਵਰੀ। ਸਾਥੀਓ, ਗੋਦਾਵਰੀ ਜਿਹੜੀ ਨਦੀ ਆ ਉਹ ਦੱਖਣ ਭਾਰਤ ਦੀ ਸਭ ਤੋਂ ਲੰਬੀ ਨਦੀ ਆ। ਗੋਦਾਵਰੀ ਨਦੀ ਦੱਖਣ ਭਾਰਤ ਦੀ ਸਭ ਤੋਂ ਲੰਬੀ ਨਦੀ ਹੈ, ਤਾਂ ਕਰਕੇ ਇਹਨੂੰ ਦਕਸ਼ਿਣ ਗੰਗਾ ਵੀ ਕਹਿੰਦੇ ਨੇ। ਇਹਨੂੰ ਦਕਸ਼ਿਣ ਗੰਗਾ, ਜਾਂ ਫਿਰ ਇਹ ਹੌਲੀ ਵਗਦੀ ਹੈ ਗੰਗਾ ਨਾਲੋਂ, ਸਪੀਡ ਇਹਦੀ ਘੱਟ ਆ, ਤਾਂ ਕਰਕੇ ਇਹਨੂੰ ਬਿਰਧ ਗੰਗਾ ਵੀ ਕਿਹਾ ਜਾਂਦਾ। ਦਕਸ਼ਿਣ ਗੰਗਾ ਅਤੇ ਬਿਰਧ ਗੰਗਾ ਇਹ ਦੋਵੇਂ ਕਿਹਦੇ ਨਾਮ ਨੇ ਸਾਥੀਓ? ਗੋਦਾਵਰੀ ਦੇ ਨਾਮ ਨੇ। ਅਸੀਂ ਦੇਖਦੇ ਹਾਂ ਕਿਹੜੀ ਇਹ ਨਦੀ ਆ, ਇਹ ਮਹਾਰਾਸ਼ਟਰਾ, ਤੇਲੰਗਾਨਾ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਮੱਧ ਪ੍ਰਦੇਸ਼, ਉੜੀਸਾ, ਕਰਨਾਟਕਾ ਅਤੇ ਪੁਡੂਚੇਰੀ। ਪਰ ਬਾਕੀ ਨਦੀਆਂ ਇੰਨਾ ਕੁ ਇਲਾਕਾ ਜਿਹੜਾ ਹੈਗਾ ਇਹਦੇ ਰਾਹੀਂ ਪਾਣੀ ਦਾ ਡਿਸਕੀ ਇਹ ਨਦੀਆਂ ਇਕੱਠੀਆਂ ਕਰਦੀਆਂ ਨੇ। ਅਸੀਂ ਦੇਖਦੇ ਹਾਂ ਕਿ ਮੰਜਰਾ, ਪੇਨ ਗੰਗਾ, ਵਰਦਾ, ਇੰਦਰਾਵਤੀ, ਬੇਨ ਗੰਗਾ, ਇਹ ਸਾਰੀਆਂ ਹੀ ਆਪਣਾ ਪਾਣੀ ਕਿਹੜੀ ਨਦੀ ਨੂੰ ਪਾਉਂਦੀਆਂ ਨੇ? ਗੋਦਾਵਰੀ ਨਦੀ ਨੂੰ ਸਾਥੀਓ ਪਾਉਂਦੀਆਂ ਨੇ। ਗੋਦਾਵਰੀ ਜਿਹੜੀ ਨਦੀ ਆ, ਜੇ ਤੁਸੀਂ ਇਹਦੀ ਗੱਲ ਕਰੋ ਤਾਂ ਅਸੀਂ ਦੇਖਦੇ ਹਾਂ ਕਿ
ਬਹੁਤ ਸਾਰੇ ਦੈਟ ਇਜ਼ ਕੀ ਆ, ਜਿਵੇਂ ਕਿ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਡੈਮ ਬਣਿਆ ਹੋਇਆ ਪੋਚਮਪੜ ਡੈਮ ਅਤੇ ਇੱਕ ਡੈਮ ਬਣਿਆ ਹੈ ਗੰਗਾਪੁਰ ਡੈਮ, ਇਹ ਮਹਾਰਾਸ਼ਟਰ 'ਚ ਆ। ਤਾਂ ਦੋਨੇ ਡੈਮ ਨੇ ਉਹ ਸਾਥੀਓ ਗੋਦਾਵਰੀ ਨਦੀ 'ਤੇ ਬਣਿਆ ਹੋਇਆ। ਇੱਕ ਨਵਾਂ ਪ੍ਰੋਜੈਕਟ ਚੱਲ ਰਿਹਾ ਪੋਲਾਵਰਮ ਪ੍ਰੋਜੈਕਟ ਕੁਐਸਚਨ ਬਹੁਤ ਵਾਰੀ ਆਇਆ। ਤਾਂ ਪੋਲਾਵਰਮ ਡੈਮ ਬਣ ਰਿਹਾ, ਕੁਐਸਚਨ ਇਹ ਆਊਗਾ ਵੀ ਕਿਹੜੀ ਨਦੀ 'ਤੇ ਆ, ਤਾਂ ਗੋਦਾਵਰੀ ਨਦੀ 'ਤੇ ਪੋਲਾਵਰਮ ਡੈਮ ਬਣ ਰਿਹਾ। ਤਾਂ ਬਹੁਤ ਹੀ ਫੇਮਸ ਨਦੀ ਸਾਥੀਓ ਗੋਦਾਵਰੀ ਨਦੀ। ਸਾਥੀਓ ਜੇ ਗੱਲ ਕਰੀਏ ਗੋਦਾਵਰੀ ਨਦੀ ਨਿਕਲਦੀ ਕਿੱਥੋਂ ਆ, ਤਾਂ ਅਸੀਂ ਦੇਖਦੇ ਹਾਂ ਕਿ ਇੱਕ ਤ੍ਰਿੰਬਕ ਪਠਾਰ ਨਾਸਿਕ ਦੇ ਵਿੱਚ, ਨਾਸਿਕ ਹੈਗਾ ਮਹਾਰਾਸ਼ਟਰ, ਤਾਂ ਮਹਾਰਾਸ਼ਟਰ ਦੇ ਨਾਸਿਕ ਦੇ ਵਿੱਚ ਤ੍ਰਿੰਬਕ ਪਠਾਰ ਆ। ਉਹ ਤ੍ਰਿੰਬਕ ਪਠਾਰ ਤੋਂ ਗੋਦਾਵਰੀ ਨਦੀ ਸਾਥੀਓ ਨਿਕਲਦੀ ਹੈ। ਅਤੇ ਗੋਦਾਵਰੀ ਨਦੀ ਤ੍ਰਿੰਬਕ ਪਠਾਰ ਮਹਾਰਾਸ਼ਟਰ ਤੋਂ ਹੁੰਦੀ ਹੋਈ, ਫਿਰ ਤੁਹਾਨੂੰ ਦੱਸਿਆ ਅਲੱਗ-ਅਲੱਗ ਇਲਾਕੇ ਆਂਧਰਾ ਪ੍ਰਦੇਸ਼, ਤੇਲੰਗਾਨਾ, ਛੱਤੀਸਗੜ੍ਹ, ਉੜੀਸਾ ਰਾਹੀਂ ਹੁੰਦੀ ਹੋਈ ਪੁਡੂਚੇਰੀ ਰਾਹੀਂ ਬੰਗਾਲ ਦੀ ਖਾੜੀ ਵਿੱਚ ਜਾ ਡਿੱਗਦੀ ਹੈ। ਤਾਂ ਦੋ ਗੱਲਾਂ ਰੱਖੋ, ਇੱਕ ਪੋਲਾਵਰਮ, ਇੱਕ ਓਰੀਜਨ ਕਿੱਥੋਂ ਹੁੰਦਾ, ਨਾਸਿਕ ਤੋਂ, ਮਹਾਰਾਸ਼ਟਰ ਤੋਂ। ਅੱਗੇ ਵੱਧਦੇ ਹਾਂ, ਤੀਜੀ ਜਿਹੜੀ ਨਦੀ ਆ ਉਹ ਹੈਗੀ ਕ੍ਰਿਸ਼ਨਾ ਨਦੀ। ਸਾਥੀਓ ਕ੍ਰਿਸ਼ਨਾ ਨਦੀ 1327 ਕਿਲੋਮੀਟਰ ਲੰਬੀ ਹੈ। ਦੂਜੀ ਸਭ ਤੋਂ ਲੰਬੀ ਦੱਖਣ ਭਾਰਤੀ ਨਦੀ ਆ ਕ੍ਰਿਸ਼ਨਾ ਨਦੀ। ਜੇ ਗੱਲ ਕਰੀਏ ਨਿਕਲਦੀ ਕਿੱਥੋਂ ਆ, ਤਾਂ ਅਸੀਂ ਦੇਖਦੇ ਹਾਂ ਇੱਕ ਪਹਾੜ ਮਿਲਦੇ ਨੇ ਮਹਾਬਲੇਸ਼ਵਰ ਦੇ ਪਹਾੜ। ਤਾਂ ਮਹਾਬਲੇਸ਼ਵਰ ਦੇ ਪਹਾੜ ਮਿਲਦੇ ਨੇ, ਇਹ ਵੀ ਮਹਾਰਾਸ਼ਟਰ 'ਚ ਨੇ। ਮਹਾਬਲੇਸ਼ਵਰ ਦੇ ਪਹਾੜ, ਉੱਥੋਂ ਸਾਥੀਓ ਕ੍ਰਿਸ਼ਨਾ ਨਦੀ ਨਿਕਲਦੀ ਹੈ। ਅਸੀਂ ਦੇਖਦੇ ਹਾਂ ਕਿ ਕ੍ਰਿਸ਼ਨਾ ਨਦੀ ਜਿਹੜੀ ਹੈਗੀ ਆ ਉਹ 'ਤੇ ਬਹੁਤ ਹੀ ਫੇਮਸ ਡੈਮ ਨਾਗ ਅਰਜੁਨ ਸਾਗਰ ਡੈਮ ਬਣਿਆ ਹੋਇਆ ਆਂਧਰਾ ਪ੍ਰਦੇਸ਼ 'ਚ। ਮਹਾਰਾਸ਼ਟਰ ਤੋਂ ਆਂਧਰਾ ਪ੍ਰਦੇਸ਼ ਹੁੰਦੀ ਆ। ਇਹ ਤੋਂ ਪਹਿਲਾਂ ਜਾਂਦੇ ਕਰਨਾਟਕਾ ਦੇ ਬਹੁਤ ਹੀ ਫੇਮਸ ਡੈਮ ਅਲਮੱਟੀ ਡੈਮ, ਉਹ ਵੀ ਕਿਤੇ ਬਣਿਆ ਹੈਗਾ, ਕ੍ਰਿਸ਼ਨਾ ਨਦੀ 'ਤੇ ਬਣਿਆ ਹੋਇਆ। ਅਸੀਂ ਦੇਖਦੇ ਹਾਂ ਕਿ ਇਹ ਤੋਂ ਇਲਾਵਾ ਬਹੁਤ ਸਾਰੀਆਂ ਦੈਟ ਇਜ਼ ਕਿ ਇਲਾਕਿਆਂ ਨੂੰ ਇਹ ਕੀ ਕਰਦੀ ਆ, ਇੱਕ ਹੋਰ ਡੈਮ ਬਣਿਆ ਹੋਇਆ ਕੋਇਨਾ ਨਦੀ 'ਤੇ। ਤਾਂ ਕੋਇਨਾ ਨਦੀ ਇਹਦੀ ਟ੍ਰਿਬਿਊਟਰੀ ਆ, ਸਹਾਇਕ ਨਦੀ ਹੈ। ਧਿਆਨ ਰੱਖਿਓ, ਕੋਇਨਾ ਦੂਜੇ ਨੰਬਰ 'ਤੇ ਹੈਗੀ ਆ ਮਾਲਪਰਵਾ, ਤੁੰਗਭਦਰਾ, ਮੂਸੀ, ਨਾਮ ਰੱਖਣਾ, ਕੋਇਨਾ, ਮਾਲਪਰਵਾ, ਮੂਸੀ, ਤੁੰਗਭਦਰਾ, ਇਹ ਸਾਰੀਆਂ ਸਹਾਇਕ ਨਦੀਆਂ ਨੇ ਕਿਹਦੀਆਂ, ਕ੍ਰਿਸ਼ਨਾ ਨਦੀ ਦੀਆਂ। ਅਤੇ ਕੋਇਨਾ ਡੈਮ ਕੋਇਨਾ ਨਦੀ 'ਤੇ ਬਣਿਆ ਹੋਇਆ, ਜੋ ਕ੍ਰਿਸ਼ਨਾ ਦੀ ਸਹਾਇਕ ਨਦੀ ਹੈ। ਨਾਗ ਅਰਜੁਨ ਡੈਮ ਅਤੇ ਅਲਮੱਟੀ ਡੈਮ ਇਹ ਦੋਨੇ ਬਣੇ ਹੋਏ ਨੇ ਕ੍ਰਿਸ਼ਨਾ ਨਦੀ 'ਤੇ। ਨਾਗ ਅਰਜੁਨ ਬਣਿਆ ਹੋਇਆ ਆਂਧਰਾ ਪ੍ਰਦੇਸ਼ 'ਚ ਅਤੇ ਅਲਮੱਟੀ ਬਣਿਆ ਹੋਇਆ ਕਰਨਾਟਕਾ ਦੇ ਵਿੱਚ। ਯਾਦ ਰੱਖਣ ਦੀ ਕੋਸ਼ਿਸ਼ ਕਰ। ਅੱਗੇ ਵੱਧਦੇ ਹਾਂ, ਆਹ ਦਿਖਾਇਆ ਹੋਇਆ ਸਾਥੀਓ ਮੈਪ 'ਤੇ ਦੇਖੋਗੇ ਸਭ ਤੋਂ ਪਹਿਲਾਂ ਗੋਦਾਵਰੀ ਦਿਖਾਈ ਹੋਈ ਹੈ। ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਮਹਾਰਾਸ਼ਟਰ ਦੇ ਵਿੱਚੋਂ ਆਹ ਮਹਾਰਾਸ਼ਟਰ ਤੋਂ ਗੋਦਾਵਰੀ ਚੱਲਦੀ ਹੋਈ ਆ ਗਿਆ ਆਂਧਰਾ ਪ੍ਰਦੇਸ਼ ਦੇ ਰਾਹੀਂ ਬੰਗਾਲ ਦੀ ਖਾੜੀ ਵਿੱਚ ਜਾ ਕੇ ਡਿੱਗਦੀ ਆ ਗੋਦਾਵਰੀ ਨਦੀ। ਆਹ ਜਿਹੜਾ ਦੂਜਾ ਮੈਪ ਬਣਾਇਆ ਹੋਇਆ, ਇਹ ਦਾ ਮੈਪ ਚੱਲ ਰਿਹਾ, ਤੁਸੀਂ ਦੇਖੋਗੇ ਕ੍ਰਿਸ਼ਨਾ ਨਦੀ ਦਾ, ਮਹਾਰਾਸ਼ਟਰ ਦੀਆਂ ਮਹਾਬਲੇਸ਼ਵਰ ਪਹਾੜੀ ਚੱਲਦੀ ਹੋਈ ਕਰਨਾਟਕਾ ਤੋਂ ਆਹ ਆਂਧਰਾ ਪ੍ਰਦੇਸ਼ ਦਾ ਇਲਾਕਾ ਆ ਗਿਆ। ਤੁਸੀਂ ਦੇਖੋਗੇ ਆਹ ਪਹਿਲਾਂ ਹੁਣ ਦਾ ਬਾਈਫਰਕੇਸ਼ਨ ਹੋ ਗਈ, ਉੱਪਰ ਇਲਾਕਾ ਤੇਲੰਗਾਨਾ ਬਣ ਗਿਆ, ਹੇਠਲਾ ਇਲਾਕਾ ਜਿਹੜਾ ਬਣ ਗਿਆ ਇਟ ਇਜ਼ ਆਂਧਰਾ ਪ੍ਰਦੇਸ਼। ਤਾਂ ਇੱਧਰੋਂ ਹੁੰਦੀ ਹੋਈ ਅੱਗੇ ਜਾ ਕੇ ਅਸੀਂ ਦੇਖਦੇ ਹਾਂ, ਦੇਖੋ ਬਹੁਤ ਹੀ ਦੈਟ ਇਜ਼ ਕੀ ਤੁਹਾਨੂੰ ਸਮਝਾਉਣਾ ਮਾੜਾ ਜਿਹਾ ਗੱਲ, ਕੀ ਗੱਲ ਅਸੀਂ ਦੇਖਦੇ ਹਾਂ ਕਿ ਇੱਥੋਂ ਕ੍ਰਿਸ਼ਨਾ ਨਦੀ ਚੱਲਦੀ ਆ, ਹਾਲਾਂਕਿ ਇਹ ਇੱਧਰੋਂ ਮੁੜ ਜਾਂਦੀ ਆ। ਇਹ ਇੱਥੋਂ ਜਾ ਕੇ ਨਾ ਇੱਥੇ ਬਹੁਤ ਵੱਡਾ ਰੈਜ਼ਰਵੋਇਰ ਬਣਾਇਆ ਹੋਇਆ ਆਪਣਾ, ਉਹ ਰੈਜ਼ਰਵੋਇਰ ਤੋਂ ਇਹਨਾਂ ਦੀਆਂ ਉੱਪਰੋਂ ਚਲੇ ਜਾਂਦੀ ਹੈ। ਪਰ ਅਸੀਂ ਕੀਤਾ ਕਿ ਇੱਥੇ ਨਹਿਰ ਬਣਾਈ, ਇੱਕ ਨਹਿਰ ਬਣਾ ਕੇ ਅਸੀਂ ਇਹਦਾ ਪਾਣੀ, ਕਿਉਂਕਿ ਇੱਥੇ ਕੋਈ ਨਦੀ ਨਹੀਂ ਵਹਿੰਦੀ, ਤਾਂ ਇਹਨਾਂ ਲੋਕਾਂ ਨੂੰ, ਆਂਧਰਾ ਦੇ ਲੋਕਾਂ ਨੂੰ ਪ੍ਰੋਬਲਮ ਸੀਗੀਆਂ, ਤਾਂ ਇੱਥੋਂ ਇੱਕ ਨਹਿਰ ਬਣਾ ਕੇ ਇੱਥੇ ਸਾਰਾ ਪਾਣੀ ਦੈਟ ਇਜ਼ ਕੀ ਕਰ ਲਿਆ, ਇਕੱਠਾ ਕਰ ਲਿਆ। ਤਾਂ ਇੱਦਾਂ ਕਰਕੇ ਵੀ ਅਸੀਂ ਕੰਮ ਕਰਦੇ ਹਾਂ, ਅਸੀਂ ਦੈਟ ਇਜ਼ ਕੀ ਹੈਗਾ, ਪਾਣੀਆਂ ਨੂੰ ਇੱਥੋਂ ਮੂਵ ਕਰਾ ਕੇ ਇੱਥੋਂ ਹੇਠਲੇ ਪਾਸੇ ਲੈ ਗਏ, ਅਤੇ ਹੇਠਲੇ ਪਾਸੇ ਜਾ ਕੇ ਪਾਣੀ ਨੂੰ ਕਰਾ ਲਿਆ, ਇਕੱਠਾ ਕਰਾ ਲਿਆ। ਤਾਂ ਇਹਨਾਂ ਕਰਕੇ ਅਸੀਂ ਦੇਖਦੇ ਹਾਂ ਕਿ ਇੱਥੇ ਪਾਣੀ ਇਕੱਠਾ ਹੋਇਆ, ਬਹੁਤ ਵੱਡੀ ਝੀਲ ਬਣੀ ਹੋਈ ਆ, ਪਾਣੀ ਪੀਣ ਦੇ ਕੰਮ ਆਉਂਦਾ, ਇੱਥੋਂ ਨਦੀ ਪਰ ਉੱਪਰਲੇ ਪਾਸੇ ਮੁੜ ਜਾਂਦੇ ਕ੍ਰਿਸ਼ਨਾ। ਆਹ ਤੀਜੀ ਸਾਥੀਓ ਜਿਹੜੀ ਨਦੀ ਹੈਗੀ ਆ, ਹੇਠਾਂ ਚੱਲੋਗੇ ਤਾਂ ਤੁਹਾਨੂੰ ਦੱਸੋ ਕਾਵੇਰੀ ਨਦੀ ਆ। ਆਪਾਂ ਇਹਦੇ ਬਾਰੇ ਪੜ੍ਹਨਾ ਹਜੇ। ਆਹ ਕਾਵੇਰੀ ਨਦੀ ਚੱਲੀ, ਕਾਵੇਰੀ ਨਦੀ ਅਸੀਂ ਦੇਖਦੇ ਹਾਂ ਕਿ ਕਰਨਾਟਕਾ ਤੋਂ ਨਿਕਲਦੀ ਆ। ਇੱਥੇ ਪਹਾੜੀਆਂ ਨੇ ਬ੍ਰਹਮਗਿਰੀ ਪਹਾੜੀਆਂ, ਤਾਂ ਬ੍ਰਹਮਗਿਰੀ ਪਹਾੜੀਆਂ ਤੋਂ ਇਹ ਨਦੀ ਨਿਕਲਦੀ ਆ। ਤਾਂ ਇਹ ਬ੍ਰਹਮਗਿਰੀ ਦੀਆਂ ਪਹਾੜੀਆਂ ਤੋਂ ਨਿਕਲਦੀ ਹੋਈ ਆਹ ਕਰਨਾਟਕਾ ਦਾ ਇਲਾਕਾ ਆ ਗਿਆ, ਕਰਨਾਟਕਾ ਤੋਂ ਬਾਅਦ ਤਾਮਿਲਨਾਡੂ ਦਾ ਇਲਾਕਾ ਆ ਗਿਆ, ਤਾਮਿਲਨਾਡੂ 'ਚ ਜਾ ਕੇ ਆਪਣਾ ਪਾਣੀ ਨਦੀ ਤੁਰੂਗੀ ਅੱਗੇ ਬਣਦੀ। ਕਾਵੇਰੀ ਨਦੀ 805 ਕਿਲੋਮੀਟਰ ਸਾਥੀਓ ਲੰਬੀ ਨਦੀ ਹੈ। ਪਰ ਜੇ ਕੁਐਸਚਨ ਆਇਆ ਕਿ ਸਭ ਤੋਂ ਵੱਡੀ ਨਦੀ ਕਿਹੜੀ ਆ, ਵੱਡੀ ਦਾ ਮਤਲਬ ਪਾਣੀ ਦੀ ਮਾਤਰਾ ਕਿਹੜੀ ਨਦੀ 'ਚ ਜ਼ਿਆਦਾ, ਦੱਖਣ ਭਾਰਤ ਦੀ, ਤਾਂ ਸਾਥੀਓ ਉਹਦਾ ਉੱਤਰ ਆਊਗਾ ਕਾਵੇਰੀ ਨਦੀ।
ਧਿਆਨ ਰੱਖਣਾ, ਗੋਦਾਵਰੀ ਜਿਹੜੀ ਨਦੀ ਆ ਉਹ ਤਾਂ ਹੈਗੀ ਆ ਲੰਬੀ ਨਦੀ, ਕਾਵੇਰੀ ਨਦੀ ਹੈਗੀ ਆ ਵੱਡੀ ਨਦੀ। ਵੱਡੀ ਨਦੀ ਭਾਵੇਂ 'ਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ, ਇਹਦੇ ਕਰਕੇ ਉਲਝਣਾ ਨਹੀਂ, ਇਹਨੂੰ ਗੰਗਾ ਆਫ ਦ ਸਾਊਥ ਵੀ ਕਹਿੰਦੇ ਨੇ। ਫਰਕ ਆ, ਪਹਿਲਾਂ ਵਾਲੀ ਗੱਲ ਕਹੀ ਆ ਬਿਰਧ ਗੰਗਾ ਜਾਂ ਦਕਸ਼ਿਣ ਗੰਗਾ। ਦਕਸ਼ਿਣ ਗੰਗਾ ਕਿਹਨੂੰ ਕਹਿਣਗੇ? ਉਹ ਕਹਿਣਗੇ ਗੋਦਾਵਰੀ ਨੂੰ। ਪਰ ਗੰਗਾ ਆਫ ਦਾ ਸਾਊਥ, ਗੰਗਾ ਆਫ ਦਾ ਸਾਊਥ ਕਿਹਨੂੰ ਕਿਹਾ ਜਾਂਦਾ ਗਾ? ਇਹ ਕਹਿੰਦੇ ਨੇ ਕਾਵੇਰੀ ਨਦੀ ਨੂੰ। ਦੋਹਾਂ ਨਾਮ ਵੱਖੋ ਵੱਖਰੇ ਨੇ, ਧਿਆਨ ਰੱਖਣਾ। ਮੈਂ ਦੱਸ ਕੱਢਿਆ ਹੁਣ ਤੁਹਾਨੂੰ ਕਿ ਕਰਨਾਟਕਾ ਦੀਆਂ ਬ੍ਰਹਮਗਿਰੀ ਦੀਆਂ ਪਹਾੜੀਆਂ ਨੇ, ਉੱਥੋਂ ਨਿਕਲ ਸਾਥੀਓ। ਉੱਥੋਂ ਹੁੰਦੀ ਹੋਈ ਇਹ ਦੈਟ ਇਜ਼ ਕਿ ਕਰਨਾਟਕਾ ਤੋਂ ਤਾਮਿਲਨਾਡੂ ਦੇ ਵਿੱਚ ਕੀ ਆ ਬਹਿੰਦੀ ਆ। ਕਾਫੀ ਤੁਸੀਂ ਰੌਲਾ ਵੀ ਸੁਣਿਆ ਹੋਊਗਾ, ਰੌਲਾ ਚੱਲ ਰਿਹਾ ਸੀਗਾ ਕੇਰਲਾ, ਤਾਮਿਲਨਾਡੂ, ਕਰਨਾਟਕਾ ਦਾ, ਇਹ ਕਾਵੇਰੀ ਨਦੀ ਦੇ ਉੱਪਰ ਕੀ ਰੌਲਾ ਚੱਲਦਾ ਰਹਿੰਦਾ ਗਾ। ਅਸੀਂ ਦੇਖਦੇ ਹਾਂ ਕਿ ਸੁਵਰਨ ਰੇਖਾ, ਬ੍ਰਹਮਗਿਰੀ ਨਾਮੇ ਰੱਖਣੇ ਨੇ ਇਹਨਾਂ ਦੀਆਂ ਟ੍ਰਿਬਿਊਟਰੀਜ਼। ਤਾਂ ਸੁਵਰਨ ਰੇਖਾ, ਬ੍ਰਾਹਮਣੀ, ਪਨੇਰੂ, ਹੇਮਾਵਤੀ, ਲੋਕਬਾਣੀ ਅਤੇ ਸ਼ੀਮਸ਼ਾ, ਇਹ ਸਾਰੀਆਂ ਸਾਥੀਓ ਕੀ ਨੇ? ਕਾਵੇਰੀ ਨਦੀ ਦੀਆਂ ਸਹਾਇਕ ਨਦੀਆਂ ਨੇ। ਤਾਂ ਇਹ 5 ਨਦੀਆਂ ਜਿਹੜੀਆਂ ਸਾਨੂੰ ਪੜ੍ਹਾਈਆਂ ਨੇ ਹਜੇ ਤੱਕ, ਭਾਵੇਂ ਉਹ ਨਦੀ ਹੋਈ ਮਹਾਨਦੀ, ਭਾਵੇਂ ਗੋਦਾਵਰੀ, ਕ੍ਰਿਸ਼ਨਾ, ਅਤੇ ਬਾਅਦ 'ਚੋਂ ਆਪਾਂ ਕੀ ਪੜ੍ਹੀ? ਕਾਵੇਰੀ। ਇਹ ਚਾਰੇ ਜਿਹੜੀਆਂ ਨਦੀਆਂ ਨੇ ਸਾਥੀਓ, ਇਹ ਸਾਰੀਆਂ ਨਦੀਆਂ ਦੱਖਣ ਭਾਰਤ ਦੀਆਂ ਨੇ, ਵੱਡੀਆਂ ਨਦੀਆਂ ਨੇ, ਅਤੇ ਸਭ ਦਾ ਪਾਣੀ ਕਿੱਧਰ ਜਾਂਦਾ ਹੈਗਾ? ਬੰਗਾਲ ਦੀ ਖਾੜੀ ਵਿੱਚ ਜਾਂਦਾ। ਇਹ ਸਾਰੀਆਂ ਨਦੀਆਂ ਆਪਣਾ ਪਾਣੀ ਬੰਗਾਲ ਦੀ ਖਾੜੀ ਵਿੱਚ ਡਿੱਗਦੀਆਂ। ਆਓ ਹੁਣ ਆਪਾਂ ਗੱਲ ਕਰਦੇ ਹਾਂ ਕੁਝ ਉਹ ਨਦੀਆਂ ਦੀ ਜਿਨ੍ਹਾਂ ਦਾ ਪਾਣੀ ਬੰਗਾਲ ਦੀ ਖਾੜੀ ਵਿੱਚ ਨਾ ਜਾ ਕੇ ਅਰਬ ਸਾਗਰ ਵਿੱਚ ਜਾਂਦਾ, ਭਾਵੇਂ ਇਹਨੂੰ ਬੈਸਟ ਫਲੋਇੰਗ ਰਿਵਰਸ ਕਿਹਾ ਜਾਂਦਾ। ਕਿਹੜੀਆਂ ਨਦੀਆਂ ਨੇ ਜਿਹੜਾ ਆਪਣਾ ਪਾਣੀ ਬੈਸਟ ਭਾਵ ਪੱਛਮ ਵਾਲੇ ਪਾਸੇ ਅਰਬ ਸਾਗਰ ਵਾਲੇ ਪਾਸੇ ਪਾਉਂਦੀਆਂ ਨੇ? ਉਹਨਾਂ ਵਿੱਚੋਂ ਸਭ ਤੋਂ ਵੱਡੀ ਨਦੀ ਜਿਹਦਾ ਪਾਣੀ ਅਰਬ ਸਾਗਰ 'ਚ ਜਾਂਦਾ, ਉਹਦਾ ਨਾਂ ਹੈਗਾ ਨਰਮਦਾ ਨਦੀ। ਨਰਮਦਾ ਨਦੀ ਸਾਥੀਓ 1057 ਕਿਲੋਮੀਟਰ ਨਦੀ ਹੈ। ਬਹੁਤ ਹੀ ਅਗਲਾ ਇੰਪੋਰਟੈਂਟ ਕੁਐਸਚਨ ਹੈ, ਇਹਦੇ ਪੁੱਛਿਆ ਹੋਇਆ ਕਿੱਥੋਂ ਨਿਕਲਦੀ ਹੈ। ਤਾਂ ਤੁਸੀਂ ਦੇਖੋਗੇ ਮੱਧ ਪ੍ਰਦੇਸ਼ ਦੇ ਵਿੱਚ ਇੱਕ ਪਠਾਰ ਆ, ਪਠਾਰ ਦਾ ਨਾਂ ਹੈਗਾ ਅਮਰਕੰਟਕ ਦੀ ਪਠਾਰ। ਤਾਂ ਅਮਰਕੰਟਕ ਦੀ ਪਠਾਰ ਜੋ ਸ਼ਹਡੋਲ ਡਿਸਟ੍ਰਿਕਟ ਆਫ ਮੱਧ ਪ੍ਰਦੇਸ਼, MP ਦੇ ਸ਼ਹਡੋਲ ਡਿਸਟ੍ਰਿਕਟ 'ਚ ਪਾਈ ਜਾਂਦੀ ਹੈ। ਉੱਥੋਂ ਅਮਰਕੰਟਕ ਪਠਾਰ ਤੋਂ ਨਰਮਦਾ ਨਦੀ ਨਿਕਲਦੀ ਹੈ। ਉਹ ਤੋਂ ਹੁੰਦੀ ਹੋਈ ਇਹ ਨਦੀ ਗੁਜਰਾਤ ਦੇ ਵਿੱਚ ਜਾਂਦੀ ਹੈ, ਜਿੱਥੇ ਗੁਜਰਾਤ ਦੇ ਵਿੱਚ ਭਾਰਤ ਦਾ ਤੁਹਾਨੂੰ ਪਤਾ ਦੈਟ ਇਜ਼ ਕੀ ਡੈਮ, ਸਰਦਾਰ ਵੱਲਭ ਭਾਈ ਪਟੇਲ ਡੈਮ ਬਣਿਆ ਹੋਇਆ। ਉਹਦੇ ਉੱਤੇ ਇੱਕ ਮੂਰਤੀ ਬਣੀ ਹੋਈ ਹੈ ਦੈਟ ਇਜ਼ ਕੀ ਆ? ਸਰਦਾਰ ਪਟੇਲ ਜੀ ਦੀ ਮੂਰਤੀ, ਜਿਹਨੂੰ ਸਟੈਚੂ ਆਫ ਯੂਨਿਟੀ ਕਿਹਾ ਜਾਂਦਾ। ਸਾਥੀਓ ਇੱਥੇ ਮੈਂ ਤੁਹਾਨੂੰ ਕੁਐਸਚਨ ਪੁੱਛਦਾ, ਆਨਸਰ ਦੇਣ ਦੀ ਕੋਸ਼ਿਸ਼ ਕਰਨੀ। ਹੁਣੇ ਭਾਰਤ ਦੇ ਵਿੱਚ ਸਟੈਚੂ ਆਫ ਇਕੁਐਲਿਟੀ ਬਣੀ ਹੈ, ਇੱਕ ਮੂਰਤੀ ਬਣੀ ਹੈ, ਉਹਦਾ ਨਾਂ ਕੀ ਹੈ? ਸਟੈਚੂ ਆਫ ਇਕੁਐਲਿਟੀ। ਉਹ 'ਤੇ ਕੁਐਸਚਨ ਇਹ ਹੈ ਵੀ ਦੱਸੋ ਕਿਹੜੇ ਰਾਜ 'ਚ ਸਟੈਚੂ ਆਫ ਇਕੁਐਲਿਟੀ ਬਣੀ ਹੈ। ਦੂਜੇ ਨੰਬਰ 'ਤੇ ਉਹ ਮੂਰਤੀ ਕਿਹਨਾਂ ਦੀ ਮੂਰਤੀ ਆ? ਬਹੁਤ ਹੀ ਇੰਪੋਰਟੈਂਟ ਕੁਐਸਚਨ ਆ, ਪੱਕਾ ਪੇਪਰ 'ਚ ਆਊਗਾ ਹੀ ਆਊਗਾ। ਸਟੈਚੂ ਆਫ ਇਕੁਐਲਿਟੀ ਦੈਟ ਇਜ਼ ਕਿਹੜੀ ਮੂਰਤੀ, ਉਹ ਕਿਹਨਾਂ ਦੀ ਮੂਰਤੀ ਹੈ ਅਤੇ ਕਿਹੜੇ ਰਾਜ 'ਚ ਬਣੀ ਹੋਈ ਹੈ। ਸਾਥੀਓ ਅਸੀਂ ਦੇਖਦੇ ਹਾਂ ਕਿਹੜੀਆਂ ਇਹ ਨਰਮਦਾ ਨਦੀ ਹੈ, ਇਹਦੀਆਂ ਬਹੁਤ ਸਾਰੀਆਂ ਸਹਾਇਕ ਨਦੀਆਂ ਨੇ, ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਹਿਰਨ, ਬਨਿਆਰ, ਸ਼ਾਰ, ਤਵਾ, ਇਹ ਸਾਰੀਆਂ ਨਰਮਦਾ ਨਦੀ ਦੀਆਂ ਸਹਾਇਕ ਨਦੀਆਂ ਸਾਥੀਓ ਹੈਗੀਆਂ। ਅਸੀਂ ਦੇਖਦੇ ਹਾਂ ਕਿ ਜਿਹੜੀ ਦੈਟ ਇਜ਼ ਕੀ ਹੈ ਬਹੁਤ ਹੀ ਫੇਮਸ ਇੱਕ ਝਰਨਾ ਗਾ ਧੂਆਂਧਾਰ ਝਰਨਾ। ਧੂਆਂਧਾਰ ਝਰਨਾ ਕੁਐਸਚਨ ਉਹ ਵੀ ਕਿਹੜੀ ਨਦੀ 'ਤੇ ਦੁਬਾਰਾ ਝਰਨਾ ਬਣਾਇਆ ਜਾਂਦਾ? ਤਾਂ ਉਹ ਧੂਆਂਧਾਰ ਝਰਨਾ ਨਰਮਦਾ ਨਦੀ ਦੁਆਰਾ ਬਣਾਇਆ ਜਾਂਦਾ। ਇਹ ਹੁਣੇ CDS ਦਾ ਪੇਪਰ ਹੋ ਕੇ ਹਟਿਆ, ਉਹ 'ਚ ਕੁਐਸਚਨ ਆਇਆ ਸੀ ਕਿ ਧੂਆਂਧਾਰ ਝਰਨਾ ਕਿਹੜੀ ਨਦੀ 'ਤੇ ਆ? ਤਾਂ ਕਿਹੜੀ ਨਦੀ 'ਤੇ ਆ? ਨਰਮਦਾ ਨਦੀ 'ਤੇ ਸਾਥੀਓ ਝਰਨਾ ਬਣਿਆ। ਅੱਗੇ ਚੱਲਦੇ ਹਾਂ, ਦੂਜੀ ਨਦੀ ਹੈਗੀ ਤਾਪਤੀ, ਜਾਂ ਜਿਹਨੂੰ ਤਾਪੀ ਨਦੀ ਕਹਿੰਦੇ ਆ। ਤਾਪੀ ਨਦੀ ਵੀ ਬੇਤੁਲ ਡਿਸਟ੍ਰਿਕਟ ਦੇ ਵਿੱਚੋਂ MP ਦੇ ਵਿੱਚੋਂ ਤਾਪੀ ਨਦੀ ਸਾਥੀਓ ਨਿਕਲਦੀ ਹੈ। ਲਗਭਗ ਬਿਲਕੁਲ ਅਮਰਕੰਟਕ ਦੇ ਕੋਲ ਹੀ ਜਗ੍ਹਾ ਹੈਗੀ, ਉੱਥੋਂ ਬੇਤੁਲ ਡਿਸਟ੍ਰਿਕਟ MP 'ਚੋਂ ਤਾਪੀ ਨਦੀ ਨਿਕਲਦੀ ਹੈ। ਅਸੀਂ ਦੇਖਦੇ ਹਾਂ ਕਿ ਇਹ ਵੀ ਤਾਪੀ ਨਦੀ ਬਿਲਕੁਲ ਪੈਰਲਲ ਚੱਲਦੀ ਹੈ। ਮੰਨ ਲਓ ਆਹ ਕੌਣ ਚੱਲ ਰਹੀ ਹੈ? ਨਰਮਦਾ, ਬਿਲਕੁਲ ਨਾਲ ਬਰਾਬਰ ਨੂੰ ਤਾਪੀ ਨਦੀ ਸਾਥੀਓ ਬਹਿੰਦੀ ਹੈ। ਅੱਗੇ ਜਾ ਕੇ ਇਹ ਵੀ ਪਹਿਲਾਂ ਗੁਜਰਾਤ ਜਾਊ, ਗੁਜਰਾਤ ਤੋਂ ਬਾਅਦ ਅਰਬ ਸਾਗਰ ਜਾ ਕੇ ਡਿੱਗ ਪੈਂਦੀ ਹੈ। ਅਸੀਂ ਦੇਖਦੇ ਹਾਂ ਕਿ ਡੈਮ ਬਣਿਆ ਹੋਇਆ, ਉਹਨੂੰ ਕਹਿੰਦੇ ਉਤਕਾਈ ਡੈਮ। ਉਤਕਾਈ ਡੈਮ ਕਿਹੜੀ ਨਦੀ 'ਤੇ ਬਣਿਆ ਹੋਇਆ? ਤਾਂ ਉਹ ਤਾਪੀ ਨਦੀ 'ਤੇ ਸਾਥੀਓ ਉਤਕਾਈ ਡੈਮ ਬਣਾਇਆ ਹੋਇਆ। ਅੱਗੇ ਜਾ ਕੇ ਇੱਕ ਹੋਰ ਡੈਮ ਕਾਕਰਾਪਾਰ ਡੈਮ ਬਣਿਆ ਹੋਇਆ, ਉਹ ਵੀ ਕਿਹੜੀ ਨਦੀ ਤੇ ਆ? ਤਾਪੀ ਨਦੀ 'ਤੇ ਆ। ਤਾਂ 2 ਡੈਮ ਉਤਕਾਈ ਅਤੇ ਕਾਕਰਾਪਾਰ, ਇਹ ਦੋਵੇਂ ਸਾਥੀਓ ਤਾਪੀ ਨਦੀ ਦੇ ਕੰਢੇ 'ਤੇ ਬਣੇ ਹੋਏ ਨੇ। ਅਗਲੀ ਨਦੀ ਹੈ ਸਾਬਰਮਤੀ। ਸਾਬਰਮਤੀ ਨਦੀ ਤੁਹਾਨੂੰ ਪਤਾ ਰਾਜਸਥਾਨ 'ਚੋਂ ਨਿਕਲਦੀ ਆ, ਉੱਤੇ ਰਾਜਸਥਾਨ ਹੈ, ਥੱਲੇ ਗੁਜਰਾਤ ਆ, ਤਾਂ ਐਂ ਥੱਲੇ ਨੂੰ ਵਹਿੰਦੀ ਹੈ। ਤਾਂ ਇੱਥੋਂ ਨਿਕਲੀ ਰਾਜਸਥਾਨ ਤੋਂ
ਗੁਜਰਾਤ ਵਿੱਚ ਆਉਂਦੀ ਹੋਈ ਅਸੀਂ ਦੇਖਦੇ ਹਾਂ ਕਿ ਸਾਬਰਮਤੀ ਆਸ਼ਰਮ ਗਾਂਧੀ ਜੀ ਦਾ ਉਹ ਸਾਬਰਮਤੀ ਨਦੀ ਦੇ ਕੰਢੇ 'ਤੇ ਹੀ ਬਣਾਇਆ ਹੋਇਆ। ਅੱਗੇ ਜਾ ਕੇ ਇਹ ਨਦੀ ਕੀ ਡਿੱਗ ਪੈਂਦੀ ਆ, ਅਰਬ ਸਾਗਰ ਡਿੱਗ ਪੈਂਦੀ ਆ। ਫਿਰ ਇੱਕ ਨਦੀ ਹੈਗੀ ਆ ਮਾਹੀ ਨਦੀ। ਮਾਹੀ ਨਦੀ ਵੀ ਮੱਧ ਪ੍ਰਦੇਸ਼ ਦੇ ਵਿਧਿਆਂਚਲ ਪਹਾੜਾਂ 'ਚੋਂ ਨਿਕਲਦੀ ਆ। ਮਹਾਰਾਸ਼ਟਰ, ਧਿਆਨ ਰੱਖਣਾ ਮੱਧ ਪ੍ਰਦੇਸ਼ 'ਚ ਕਿਹੜੇ ਪਹਾੜ ਨੇ, ਵਿਧਿਆਂਚਲ ਦੇ ਪਹਾੜ ਨੇ, ਉੱਥੋਂ ਮਾਹੀ ਨਦੀ ਨਿਕਲੂਗੀ। ਉਹ ਕਿਹਦੇ 'ਚ ਜਾ ਕੇ ਡਿੱਗੂਗੀ, ਅਰਬ ਸਾਗਰ ਜਾ ਕੇ ਡਿੱਗੂਗੀ। ਸਾਰੀਆਂ ਛੋਟੀਆਂ ਨਦੀਆਂ ਨੇ, ਧਿਆਨ ਕਰੋ, ਬਾਹਲੀਆਂ ਵੱਡੀਆਂ ਨਦੀਆਂ ਨਹੀਂ, ਪਰ ਬਹੁਤ ਇੰਪੋਰਟੈਂਸ ਰੱਖਦੀਆਂ ਉਹਨਾਂ ਇਲਾਕਿਆਂ ਵਾਸਤੇ। ਅਗਲੀ ਇੱਕ ਨਦੀ ਹੈ ਲੂਨੀ ਨਦੀ। ਲੂਨੀ ਨਦੀ ਦਾ ਨਾਂ ਹੀ ਲੂਨੀ ਤਾਂ ਕਿਉਂਕਿ ਇਹ ਸਭ ਤੋਂ ਜ਼ਿਆਦਾ ਨਮਕ ਦੀ ਮਾਤਰਾ। ਕਿਹੜੀ ਨਦੀ ਹੈ ਜੀ ਸਭ ਤੋਂ ਜ਼ਿਆਦਾ ਨਮਕ ਪਾਇਆ ਜਾਂਦਾ, ਤਾਂ ਲੂਨੀ ਨਦੀ 'ਚ ਪਾਇਆ ਜਾਂਦਾ। ਅਰਾਵਲੀ ਪਹਾੜੀਆਂ ਨਿਕਲਦੀ ਹੈ। ਅਸੀਂ ਦੇਖਦੇ ਹਾਂ ਇਹ ਅਰਬ ਸਾਗਰ 'ਚ ਨਹੀਂ ਡਿੱਗਦੀ। ਧਿਆਨ ਰੱਖਣਾ, ਭਾਰਤ ਦੀ ਇੱਕ ਨਦੀ ਜਿਹੜੀ ਕਿਸੇ ਸਾਗਰ, ਕਿਸੇ ਮਹਾਂਸਾਗਰ ਜਾਂ ਕਿਸੇ ਨਦੀ 'ਚ ਨਹੀਂ ਡਿੱਗਦੀ ਤਾਂ ਉੱਤਰ ਆਊਗਾ ਲੂਨੀ ਨਦੀ। ਕਾਰਨ ਕੀ ਕਿ ਰਾਜਸਥਾਨ 'ਚੋਂ ਨਿਕਲਦੀ ਹੈ ਅਰਾਵਲੀ ਪਹਾੜੀਆਂ 'ਚੋਂ, ਰਾਹ ਦੇ ਵਿੱਚ ਬਾਸ਼ਪੀਕਰਨ ਹੋ ਜਾਂਦਾ, ਰਾਹ ਦੇ ਵਿੱਚ ਹੀ ਨਦੀ ਦਾ ਪਾਣੀ ਦਾ ਕੀ ਆ ਇਵੈਪੋਰੇਟ ਹੋ ਜਾਂਦਾ, ਜਿਹਦੇ ਕਰਕੇ ਇਹਦਾ ਪਾਣੀ ਕਿਸੇ ਸਮੁੰਦਰ ਜਾਂ ਮਹਾਂਸਾਗਰ 'ਚ ਨਹੀਂ ਜਾਂਦਾ, ਰਸਤੇ ਦੇ ਵਿੱਚ ਕੀ ਅਲੋਪ ਹੋ ਜਾਂਦਾ। ਕਿਹੜੀ ਨਦੀ ਆ, ਲੂਨੀ ਨਦੀ। ਇੱਕ ਰਾਜਸਥਾਨ ਦੀ ਹੋਰ ਕਰਨਾਟਕਾ ਦੀ ਨਦੀ ਹੈ ਸ਼ਰਾਵਤੀ, ਬਹੁਤ ਹੀ ਫੇਮਸ ਕੁਐਸਚਨ ਆ। ਸ਼ਰਾਵਤੀ ਨਦੀ ਕਰਨਾਟਕਾ ਦੀ ਨਦੀ ਹੈ। ਇਹ ਵੀ ਕੁਐਸਚਨ CDS 'ਚ ਹੁਣੇ ਆ ਕੇ ਹਟਿਆ, 10 ਅਪ੍ਰੈਲ ਨੂੰ ਪੇਪਰ ਹੋਇਆ ਸੀਗਾ। ਉਹ 'ਤੇ ਇੱਕ ਝਰਨਾ ਬਣਿਆ ਹੋਇਆ ਗਿਰਸੋਪਾ। ਸ਼ਰਾਵਤੀ ਨਦੀ 'ਤੇ ਇੱਕ ਝਰਨਾ ਬਣਿਆ ਹੋਇਆ ਗਿਰਸੋਪਾ ਝਰਨਾ, ਤਾਂ ਉਹ ਗਿਰਸੋਪਾ ਝਰਨਾ ਨੂੰ ਜੋਗ ਝਰਨਾ ਵੀ ਕਿਹਾ ਜਾਂਦਾ। ਇਹ ਭਾਰਤ ਦਾ ਸਭ ਤੋਂ ਉੱਚਾ ਝਰਨਾ। ਭਾਰਤ ਦਾ ਸਭ ਤੋਂ ਉੱਚਾ ਝਰਨਾ ਕਿਹੜਾ, ਗਿਰਸੋਪਾ, ਜਿਹਨੂੰ ਜੋਗ ਝਰਨਾ ਵੀ ਕਹਿੰਦੇ ਨੇ, ਮਹਾਤਮਾ ਗਾਂਧੀ ਝਰਨਾ ਵੀ ਕਹਿੰਦੇ ਨੇ। ਕਿੰਨਾ ਉੱਚਾ ਹੈਗਾ, 299 ਮੀਟਰ ਉੱਚਾ ਹੈਗਾ। ਇਹ ਸ਼ਰਾਵਤੀ ਨਦੀ ਦੇ ਕੰਢੇ 'ਤੇ ਬਣਿਆ ਹੋਇਆ। ਅਤੇ ਇਹ ਨਦੀ ਵੀ ਕਿਹਦੇ 'ਤੇ ਜਾ ਕੇ ਡਿੱਗਦੀ ਹੈ, ਅਰਬ ਸਾਗਰ ਦੇ ਵਿੱਚ ਜਾ ਕੇ ਨਦੀ ਡਿੱਗਦੀ ਹੈ। ਤਾਂ ਇਹ ਸੀ ਕੁਝ ਗੱਲਾਂ ਨਦੀਆਂ ਦੀਆਂ। ਆਹ ਕੁਝ ਸ਼ਾਰਟ ਰਿਵਿਊ ਆ ਆਪਣੀ ਗੱਲਾਂ ਦਾ। ਗੰਗਾ ਪੜ੍ਹੀ ਸੀਗੀ, ਉੱਤਰਾਖੰਡ, ਯੂਪੀ, ਬਿਹਾਰ, ਝਾਰਖੰਡ ਰਾਹੀਂ ਹੁੰਦੀ ਹੋਈ ਪੱਛਮੀ ਬੰਗਾਲ 'ਚ 2525 ਕਿਲੋਮੀਟਰ ਲੰਬੀ ਹੈ। ਯਮੁਨਾ ਨਦੀ ਪੜ੍ਹੀ ਸੀ, ਉੱਤਰਾਖੰਡ, ਯੂਪੀ, ਹਰਿਆਣਾ 1376 ਕਿਲੋਮੀਟਰ ਲੰਬੀ ਹੈ। ਬ੍ਰਹਮਪੁੱਤਰਾ ਅਸਾਮ, ਅਰੁਣਾਚਲ, ਤਿੱਬਤ 2900 ਕਿਲੋਮੀਟਰ ਲੰਬੀ ਹੈ। ਮਹਾਨਦੀ ਛੱਤੀਸਗੜ੍ਹ, ਉੜੀਸਾ 858 ਕਿਲੋਮੀਟਰ। ਗੋਦਾਵਰੀ, ਕ੍ਰਿਸ਼ਨਾ, ਨਰਮਦਾ। ਇਹ ਕੁਝ ਕੁ ਨਦੀਆਂ ਨੇ ਜਿਹੜੀਆਂ ਕਿ ਸਾਥੋਂ ਯਾਦ ਰੱਖਣੀਆਂ। ਕੁਝ ਕੁ ਨਿਕਨੇਮ ਯਾਦ ਰੱਖਣੇ ਨੇ ਤੁਸੀਂ। ਨਿਕਨੇਮ ਆਉਣਗੇ। ਸਭ ਤੋਂ ਪਹਿਲਾਂ ਕਿ ਸੌਰੋ ਆਫ ਬੰਗਾਲ, ਬੰਗਾਲ ਦਾ ਦੁੱਖ ਕਿਹੜੀ ਨਦੀ ਨੂੰ ਕਿਹਾ ਜਾਂਦਾ ਸਾਥੀਓ, ਤਾਂ ਦਾਮੋਦਰ ਨਦੀ ਆ। ਦਾਮੋਦਰ ਨਦੀ 'ਚ ਬਹੁਤ ਹੜ੍ਹ ਆਉਂਦੇ ਨੇ, ਤਾਂ ਕਰਕੇ ਇਹਨੂੰ ਬੰਗਾਲ ਦਾ ਦੁੱਖ ਕਹਿੰਦੇ ਨੇ। ਕਿਹੜੀ ਨਦੀ ਨੂੰ ਬਿਹਾਰ ਦਾ ਦੁੱਖ ਕਿਹਾ ਜਾਂਦਾ, ਤਾਂ ਕੋਸੀ ਨਦੀ ਨੂੰ ਸਾਥੀਓ ਬਿਹਾਰ ਦਾ ਦੁੱਖ ਕਿਹਾ ਜਾਂਦਾ। ਤਾਂ ਕੋਸੀ ਨਦੀ ਕੀ ਕਹਾਉਂਦੀ ਹੈ, ਬਿਹਾਰ ਦਾ ਦੁੱਖ। ਉੜੀਸਾ ਦਾ ਦੁੱਖ ਕਿਹਨੂੰ ਕਹਿੰਦੇ ਨੇ, ਤਾਂ ਆਪਸ਼ਨ ਆਊਗਾ ਇਹਨੂੰ ਕਹਿੰਦੇ ਨੇ ਮਹਾਨਦੀ, ਕਿਉਂਕਿ ਹੜ੍ਹ ਬਹੁਤ ਆਉਂਦੇ ਨੇ। ਅਸਾਮ ਦਾ ਦੁੱਖ ਕਿਹਨੂੰ ਕਹਿੰਦੇ ਨੇ, ਬ੍ਰਹਮਪੁੱਤਰਾਂ ਨੂੰ। ਸਾਲ ਤੋਂ ਪਹਿਲਾਂ ਦੇਖਿਆ ਹੋਣਾ, ਬਹੁਤ ਸਾਰੇ ਗੈਂਡੇ ਸੀਗੇ ਬਨਹਾਉਣ ਡਰਾਈ ਨੂੰ, ਉਹਨਾਂ ਦੀ ਮੌਤ ਹੋ ਗਈ ਸੀ ਕਿਉਂਕਿ ਬ੍ਰਹਮਪੁੱਤਰਾ 'ਚ ਕੀ ਆ ਗਏ ਸੀਗੇ, ਹੜ੍ਹ ਆ ਗਏ ਸੀ। ਤਾਂ ਅਸਾਮ ਦਾ ਦੁੱਖ ਕਿਹਨੂੰ ਕਿਹਾ ਜਾਂਦਾ, ਬ੍ਰਹਮਪੁੱਤਰਾ ਨਦੀ ਨੂੰ ਕਿਹਾ ਜਾਂਦਾ। ਕਿਹੜੀ ਨਦੀ ਨੂੰ ਮੱਧ ਪ੍ਰਦੇਸ਼ ਦਾ ਜੀਵਨ ਚੱਕਰ, ਲਾਈਫ ਲਾਈਨ ਆਫ MP ਕਹਿੰਦੇ ਨੇ, ਤਾਂ ਉੱਤਰ ਆਊਗਾ ਨਰਮਦਾ ਨੂੰ ਲਾਈਫ ਲਾਈਨ ਆਫ MP ਕਿਹਾ ਜਾਂਦਾ। ਕੁਐਸਚਨ ਆਊਗਾ ਕਿਹੜੀ ਨਦੀ ਨੂੰ ਆਂਧਰਾ ਪ੍ਰਦੇਸ਼ ਦੀ ਲਾਈਫ ਲਾਈਨ ਕਹਿੰਦੇ ਨੇ, ਤਾਂ ਆਪਾਂ ਦੇਖਿਆ ਸੀ ਮੈਪ 'ਚੋਂ ਆਂਧਰਾ ਪ੍ਰਦੇਸ਼ ਦੇ ਵਿੱਚ ਦੀ ਪੂਰਾ ਆਂਧਰਾ ਪ੍ਰਦੇਸ਼ ਨੂੰ ਪਾਰ ਕਰਕੇ ਗੋਦਾਵਰੀ ਨਦੀ ਵਹਿੰਦੀ ਹੈ, ਤਾਂ ਗੋਦਾਵਰੀ ਨਦੀ ਨੂੰ ਆਂਧਰਾ ਪ੍ਰਦੇਸ਼ ਦਾ ਲਾਈਫ ਲਾਈਨ ਕਿਹਾ ਜਾਂਦਾ। ਗੋਆ ਦੀ ਲਾਈਫ ਲਾਈਨ ਕਿਹਨੂੰ ਕਹਿੰਦੇ ਨੇ, ਤਾਂ ਗੋਆ 'ਚ ਇੱਕ ਨਦੀ ਵਹਿੰਦੀ ਆ ਮਾਂਡੋਵੀ। ਆਮ ਤੌਰ 'ਤੇ ਗੋਆ ਲੱਗਦਾ ਬਿਲਕੁਲ ਕਿਹਦੇ ਨਾਲ, ਸਮੁੰਦਰ ਨਾਲ, ਪਰ ਫਿਰ ਵੀ ਉੱਥੇ ਇੱਕ ਨਦੀ ਵਹਿੰਦੀ ਆ ਬਿਲਕੁਲ ਗੋਆ ਦੇ ਵਿੱਚ ਚੱਲਦੀ, ਉਹਦਾ ਹੈਗਾ ਮਾਂਡੋਵੀ। ਉਹਨੂੰ ਗੋਆ ਦੀ ਲਾਈਫ ਲਾਈਨ ਕਿਹਾ ਜਾਂਦਾ। ਸਿੱਕਮ ਨਦੀ ਦੀ ਲਾਈਫ ਲਾਈਨ ਕਿਹਨੂੰ ਕਿਹਾ ਜਾਂਦਾ, ਤਾਂ ਲਾਈਫ ਲਾਈਨ ਆਫ ਸਿੱਕਮ ਪਾਉਣਾ ਤੀਸਤਾ, ਬਹੁਤ ਹੀ ਫੇਮਸ ਨਦੀ ਆ। ਪੱਛਮੀ ਬੰਗਾਲ ਦੇ ਵਿੱਚ ਬ੍ਰਹਮਪੁੱਤਰਾ 'ਚ ਆਪਣਾ ਪਾਣੀ ਦਿੰਦੀ ਸੀ, ਪੜ੍ਹਿਆ ਸੀ ਆਪਾਂ। ਤੀਸਤਾ ਨਦੀ ਸਿੱਕਮ ਉਹਦੇ ਵਿੱਚ ਵੀ ਵਗਦਾ, ਤਾਂ ਤੀਸਤਾ ਨਦੀ ਜਿਹੜੀ ਹੈਗੀ ਆ ਉਹਨੂੰ ਦੈਟ ਇਜ਼ ਕੀ ਕਹਿੰਦੇ ਨੇ, ਲਾਈਫ ਲਾਈਨ ਆਫ ਸਿੱਕਮ। ਰੈੱਡ ਰਿਵਰ, ਲਾਲ ਨਦੀ ਕਿਹਨੂੰ ਕਿਹਾ ਜਾਂਦਾ ਹੈਗਾ, ਉਹ ਬ੍ਰਹਮਪੁੱਤਰਾ ਨੂੰ ਕਹਿੰਦੇ ਨੇ, ਕਿਉਂਕਿ ਜਦੋਂ ਚਾਈਨਾ 'ਚੋਂ ਨਦੀ ਨਿਕਲਦੀ ਹੈ ਨਾ, ਤਾਂ ਰਾਹ ਦੇ ਵਿੱਚ ਲੋਹੇ ਦੀਆਂ ਕੀ ਆਉਂਦੀਆਂ ਨੇ, ਓਰਸ ਆਉਂਦੀਆਂ ਨੇ, ਲੋਹੇ ਦੀਆਂ ਖਦਾਨਾਂ ਆਉਂਦੀਆਂ ਨੇ। ਜਦੋਂ ਉਹਦੇ ਵਿੱਚ ਦੀ ਵਗਦੀ ਆ ਤਾਂ ਉਹ ਲੋਹੇ ਦੀਆਂ ਖਦਾਨਾਂ ਦਾ ਰੰਗ ਲਾਲ ਹੁੰਦਾ, ਤਾਂ ਉਹ ਲਾਲ ਰੰਗ ਦਾ ਕੀ ਆ ਉਹ 'ਚ ਮਿਕਸ ਹੋ ਜਾਂਦਾ, ਜਿਹਦੇ ਕਰਕੇ ਜਿਹੜੀ ਨਦੀ ਆ ਉਹ ਲਾਲ ਰੰਗ ਸ਼ੋਅ ਕਰਨ ਲੱਗ ਜਾਂਦੀ ਹੈ, ਤਾਂ ਕਰਕੇ ਉਹਨੂੰ ਰੈੱਡ ਰਿਵਰ ਵੀ ਕਿਹਾ ਜਾਂਦਾ। ਹੁਣ ਇਹ ਪੜ੍ਹਿਆ ਆਪਾਂ ਕਿਹੜੀ ਨਦੀ ਨੂੰ ਬਿਰਧ ਗੰਗਾ ਕਹਿੰਦੇ ਨੇ, ਇਟ ਇਜ਼ ਕਾਲਡ ਗੋਦਾਵਰੀ ਨਦੀ ਨੂੰ ਕੀ ਕਹਿੰਦੇ ਨੇ, ਬਿਰਧ ਗੰਗਾ। ਅਰਧ ਗੰਗਾ ਕਿਉਂਕਿ ਛੋਟੀ ਹੈ ਨਾ ਉਹਦੇ ਨਾਲੋਂ, ਤਾਂ ਅਰਧ ਗੰਗਾ ਕਿਹਨੂੰ ਕਿਹਾ ਜਾਂਦਾ ਹੈਗਾ ਸਾਥੀਓ, ਸਾਡੀ ਨਦੀ ਕਿਹੜੀ ਹੈਗੀ, ਕ੍ਰਿਸ਼ਨਾ ਨੂੰ ਅਰਧ ਗੰਗਾ। ਲਓ ਸਾਥੀਓ, ਇਹਦੇ ਨਾਲ ਆਪਣਾ ਕੰਮ ਜਿਹੜਾ ਸੀਗਾ ਨਦੀਆਂ ਵਾਲਾ ਟੌਪਿਕ ਹੀ ਹੋ ਗਿਆ, ਪੂਰਾ ਹੋ ਗਿਆ।
ਅਗਲੀ ਵਾਰੀ ਆਪਾਂ ਜੀਓਗ੍ਰਾਫੀ ਦਾ ਕੋਈ ਹੋਰ ਟੌਪਿਕ ਡਿਸਕਸ ਕਰਾਂਗੇ। ਅੱਜ ਲਈ ਇੰਨਾ ਹੀ, ਧੰਨਵਾਦ।